ਅੱਜ ਆਪਾਂ ਕਰਾਂਗੇ ਆਪਣਾ ਲੈਕਚਰ 3rd ਤੇ ਇਸ ਤੋਂ ਪਹਿਲਾਂ ਜਿਹੜੇ ਆਪਾਂ ਫਸਟ 2 ਚੈਪਟਰਸ ਕਰਕੇ ਆਏ ਆ। ਪਹਿਲੇ ਚੈਪਟਰ 'ਚ ਆਪਾਂ ਕੀਤਾ ਸੀਗਾ 1857 ਦਾ ਰਿਵੋਲਟ ਤੇ ਆਪਾਂ ਸੈਕੰਡ ਚੈਪਟਰ ਦੇ ਵਿੱਚ ਆਪਾਂ ਸਟਾਰਟ ਕੀਤਾ ਸੀਗਾ ਸੋਸ਼ੀਓ ਰਿਲੀਜੀਅਸ ਰਿਫਾਰਮ ਮੂਵਮੈਂਟਸ। ਆਪਾਂ ਉਹ 'ਚ ਰਿਫਾਰਮਰਸ ਦੇਖੇ ਸੀਗੇ, ਉਹਨਾਂ ਦਾ ਵਰਕ ਦੇਖਿਆ ਸੀਗਾ। ਤੇ ਉਸ ਤੋਂ ਪਹਿਲਾਂ ਇੱਕ ਜ਼ਰੂਰੀ ਗੱਲ ਜਿਹੜੀ ਕਿ ਆਪਾਂ ਹਰ ਲੈਕਚਰ ਦੇ ਵਿੱਚ ਕਰਦੇ ਨਹੀਂ ਕਰਨੀ ਚਾਹੀਦੀ ਵੈਸੇ, ਸਬਸਕ੍ਰਾਈਬ ਲਾਈਕ ਤੇ ਸ਼ੇਅਰ ਇਹ ਤੁਸੀਂ ਆਪਣੇ ਆਪ ਕਰ ਦਿਆ ਕਰੋ। ਤੇ ਜਿਹੜਾ ਆਪਣਾ ਜਿੰਨੇ ਵੀ ਆਪਾਂ ਹੁਣ ਤੱਕ ਲੈਕਚਰ ਲਗਾਏ ਨੇ ਜੋ ਉਹਨਾਂ ਦਾ PDF ਦੇ ਨੋਟਸ ਨੇ ਉਹਦਾ ਲਿੰਕ ਡਿਸਕ੍ਰਿਪਸ਼ਨ ਹੁੰਦਾ, ਡਿਸਕ੍ਰਿਪਸ਼ਨ ਦੇ ਵਿੱਚ ਪਿਆ ਤੇ ਟੈਲੀਗ੍ਰਾਮ ਦੇ ਉਹ ਚੈਨਲ ਦਾ ਲਿੰਕ ਹੈ, ਉੱਥੇ PDFs ਅਵੇਲੇਬਲ ਨੇ। ਇਹ ਲੈਕਚਰ ਤੋਂ ਬਾਅਦ ਇਹਦੀ PDF ਉੱਥੇ ਅਵੇਲੇਬਲ ਹੋ ਜਾਏਗੀ। ਤੇ ਜਿਹੜਾ ਆਪਣਾ ਅੱਜ ਦੇ ਲੈਕਚਰ ਦਾ ਕੰਟੈਂਟ ਰਹੇਗਾ, ਜੇ ਚੈਪਟਰ ਦਾ ਨਾਮ ਹੈ ਉਹ ਹੈ ਸੋਸ਼ੀਓ ਕਲਚਰਲ ਰਿਫਾਰਮ ਮੂਵਮੈਂਟਸ। ਇਸ ਤੋਂ ਪਹਿਲਾਂ ਆਪਾਂ ਰਿਲੀਜੀਅਸ ਰਿਫਾਰਮਸ ਕੀਤੇ ਸੀਗੇ ਜਿਹਦੇ ਵਿੱਚ ਆਪਾਂ ਲੀਡਰਸ ਕਰਕੇ ਆਏ ਸੀ, ਰਿਫਾਰਮਰਸ ਕਰਕੇ ਆਏ ਸੀਗੇ। ਤੇ ਅੱਜ ਚੈਪਟਰ ਥੋੜ੍ਹੀ ਜਿਹੀ ਡਿਟੇਲ ਹੈ ਜਿਹੜੇ ਦਾ ਨਾਮ ਹੈ ਸੋਸ਼ੀਓ ਕਲਚਰ ਰਿਫਾਰਮ ਮੂਵਮੈਂਟਸ। ਤੇ ਆਪਾਂ ਇਹਦੇ ਵਿੱਚ ਕਰਾਂਗੇ ਉਹਦੇ ਲੀਡਰਸ ਤੇ ਉਹਨਾਂ ਦੀਆਂ ਮੂਵਮੈਂਟਸ। ਤੇ ਜਿਹੜਾ ਪੇਪਰ ਪੁਆਇੰਟ ਆਫ ਵਿਊ ਤੋਂ ਜਿਹੜੇ ਆਪਣੇ ਅੱਜ ਕੁਐਸਚਨ ਰਹਿਣਗੇ ਉਹ ਜ਼ਿਆਦਾਤਰ ਇਸ ਵਿੱਚ ਆਪਣਾ ਰੱਟਾਫਿਕੇਸ਼ਨ ਜਾਂ ਤੁਸੀਂ ਕਹਿ ਲਿਓ ਮੈਮੋਰਾਈਜ਼ ਕਰਨ ਵਾਲਾ ਕੰਮ ਆ, ਕੁਛ ਯਾਦ ਕਰਨ ਵਾਲਾ, ਯਾਨੀ ਕਿ ਸਿਰਫ ਯਾਦ ਕਰਨ ਵਾਲਾ, ਸਮਝਣ ਵਾਲਾ ਨਹੀਂ। ਤੇ MCQs ਇਹਦੇ ਵਿੱਚ ਬਹੁਤ ਫਰੀਕੁਐਂਟਲੀ ਫਰੇਮ ਹੁੰਦੇ ਨੇ। ਤੇ ਜਿਹੜੇ ਆਪਣੇ ਲੈਕਚਰਸ ਦੀ ਕੁਆਲਿਟੀ ਆ ਇਹ ਤੁਸੀਂ ਦੇਖ ਸਕਦੇ ਹੋ। ਜੋ ਤੁਸੀਂ ਪ੍ਰੀਵੀਅਸ ਈਅਰ MCQ ਚੱਕੋਗੇ ਉਹਨਾਂ ਦੇ ਆਨਸਰਸ ਤੁਹਾਨੂੰ ਆਉਂਦੇ ਹੋਣਗੇ। ਤੇ ਜਿਹੜੇ ਟੌਪਿਕਸ ਆਪਾਂ ਹੁਣ ਤੱਕ ਕਵਰ ਕੀਤੇ ਨੇ 3 ਚੈਪਟਰਸ, ਇਹਨਾਂ ਚੈਪਟਰਾਂ 'ਚ ਤੁਸੀਂ ਆਪ ਲਗਾ ਕੇ ਦੇਖਿਓ ਕਿ ਤੁਹਾਨੂੰ ਇਸ ਵੀਡੀਓ ਸੁਣਨ ਤੋਂ ਬਾਅਦ ਤੁਸੀਂ ਉਹ ਕੁਐਸਚਨ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ। ਇਸ ਕਰਕੇ ਜਿਹੜੀ ਕੰਟੈਂਟ ਦੀ ਆ ਉਹ ਪੂਰੀ ਗਰੰਟੀ ਮੇਰੀ ਹੈ ਕਿ ਜੋ ਆਪਾਂ ਕਰ ਰਹੇ ਹਾਂ ਉਹ ਤਕਰੀਬਨ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਹੀ ਆਪਾਂ ਕਰ ਰਹੇ ਹਾਂ। ਤੇ ਉਹ ਸਾਰਾ ਕੰਟੈਂਟ ਕੁਛ ਵੀ ਉਹ 'ਚ ਫਾਲਤੂ ਨਹੀਂ ਹੁੰਦਾ, ਜਾਂ ਫਿਰ ਤੁਸੀਂ ਕਹਿ ਸਕਦੇ ਹੋ ਇਹ ਜਿਹੜਾ ਆਪਣਾ ਔਥੈਂਟੀਕੇਟਡ ਹੈ ਤੇ ਆਪਾਂ ਰੈਫਰੈਂਸ ਬੁੱਕ 'ਚ ਫੋਲੋ ਕਰ ਰਹੇ ਹਾਂ, ਕੋਈ ਲਿਊਸੈਂਟ ਜਾਂ ਅਰਿਹੰਤ ਵਰਗੀਆਂ ਬੁੱਕਸ ਨਹੀਂ ਹੈਗੀਆਂ। ਹੁਣ ਆਪਣਾ ਜਿਹੜਾ ਆਪਾਂ ਨੈਕਸਟ ਅੱਜ ਦਾ ਆਪਾਂ ਚੈਪਟਰ ਆ, ਆਪਾਂ ਇਸ ਚੈਪਟਰ ਦੇ ਵਿੱਚ ਹੁਣ ਆਪਾਂ ਸ਼ੁਰੂ ਕਰਾਂਗੇ ਸੋਸ਼ੀਓ ਕਲਚਰਲ ਰਿਫਾਰਮ ਮੂਵਮੈਂਟਸ। ਦੇ ਜਿਹੜਾ ਆਪਣਾ ਨੈਕਸਟ ਸਭ ਤੋਂ ਪਹਿਲਾਂ ਜਿਹੜਾ ਆਪਾਂ ਰਿਫਾਰਮਰ ਕਰਾਂਗੇ ਉਹ ਹੈਗਾ ਰਾਜਾ ਰਾਮ ਮੋਹਨ ਰਾਏ। ਇਹਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਰਾਜਾ ਰਾਮ ਮੋਹਨ ਰਾਏ ਹੈ, ਜਿਹੜਾ ਇਹਦੇ ਮੂਹਰੇ ਟਾਈਟਲ ਲੱਗਿਆ ਰਾਜਾ। ਇਹ ਰਾਜਾ ਜਿਹੜਾ ਟਾਈਟਲ ਸੀਗਾ ਇਹ ਦਿੱਤਾ ਸੀਗਾ ਸ਼ਾਹ ਆਲਮ ਟੂ ਨੇ, ਅਕਬਰ ਟੂ ਨੇ। ਜਿਹੜਾ ਆਪਾਂ ਅੱਜ ਕਰ ਰਹੇ ਹਾਂ, ਜਿਹੜਾ ਸਭ ਤੋਂ ਪਹਿਲਾਂ ਅੱਜ ਆਪਣਾ ਰਿਫਾਰਮਰ ਹੈ ਉਹ ਹੈ ਰਾਜਾ ਰਾਮ ਮੋਹਨ ਰਾਏ, ਜਿਹੜਾ ਕਿ ਆਪਾਂ ਪਿਛਲੇ ਚੈਪਟਰ ਵੀ ਪੜ੍ਹ ਚੁੱਕੇ ਹਾਂ ਕਿ ਜਿਹੜਾ ਇਹਨਾਂ ਦਾ ਰੋਲ ਆ ਉਹ ਵਿਡੋ, ਉਹ ਜਿਹੜਾ ਆਪਣਾ ਸਤੀ ਦੇ ਜਿਹੜੇ ਅਬੋਲਿਸ਼ਨ ਲਈ ਐਕਟ ਬਣਿਆ ਸੀਗਾ 1829 ਦਾ ਜਿਹੜਾ ਐਕਟ ਸੀਗਾ ਉਸ ਦੇ ਵਿੱਚ ਜਿਹੜੀ ਇਹਨਾਂ ਦੀ ਕੀ ਭੂਮਿਕਾ ਰਹੀ ਹੈ। ਆਪਾਂ ਇਹ ਉਹੀ ਰਾਜਾ ਰਾਮ ਮੋਹਨ ਰਾਏ ਨੇ। ਤੇ ਜਿਹੜਾ ਇਹਨਾਂ ਦਾ ਟਾਈਟਲ ਹੈ ਰਾਜਾ, ਇਹ ਇਹਨਾਂ ਨੂੰ ਅਕਬਰ ਟੂ ਨੇ ਦਿੱਤਾ ਸੀਗਾ, ਜਿਹੜਾ ਕਿ ਅਕਸਰ ਕਈ ਵਾਰ ਪੁੱਛਿਆ ਜਾਂਦਾ ਆਪਾਂ ਨੂੰ ਪੇਪਰ ਦੇ ਵਿੱਚ ਰਾਜਾ ਰਾਮ ਮੋਹਨ ਰਾਏ ਦੇ ਜਿਹੜਾ ਮੂਹਰੇ ਰਾਜਾ ਟਾਈਟਲ ਆ ਇਹ ਕਿਹਨਾਂ ਨੇ ਦਿੱਤਾ ਸੀ, ਤਾਂ ਇਹਦਾ ਆਨਸਰ ਹੈ ਅਕਬਰ ਟੂ। ਜਿਹੜਾ ਇਹਨਾਂ ਨੇ ਅੱਗੇ ਕੰਮ ਕੀਤੇ ਨੇ ਇਹਨਾਂ ਨੂੰ ਕਿਹਾ ਜਾਂਦਾ ਹੈ ਫਾਦਰ ਆਫ ਇੰਡੀਅਨ ਰਨਾਇਸਾ। ਜਿਹੜਾ ਰਨਾਇਸਾ ਇਹਨੂੰ ਪੰਜਾਬੀ 'ਚ ਆਪਾਂ ਪੁਨਰ ਜਾਗ੍ਰਿਤੀ ਕਹਿੰਦੇ ਆ, ਐਂਡ ਮੇਕਰ ਆਫ ਮਾਡਰਨ ਇੰਡੀਆ। ਜਿਹੜਾ ਰਾਜਾ ਰਾਮ ਮੋਹਨ ਰਾਏ ਨੇ ਬੁੱਕਸ ਲਿਖੀਆਂ ਸੀਗੀਆਂ ਉਹ ਜਿਹੜੀ ਸਭ ਤੋਂ ਇੰਪੋਰਟੈਂਟ ਅਤੇ ਫੇਮਸ ਬੁੱਕ ਹੈ ਉਹਦਾ ਨਾਮ ਹੈ ਗਿਫਟ ਟੂ ਮੋਨੋਥੀਸਟ ਐਂਡ ਪ੍ਰੀਸੈਪਟਸ ਆਫ ਜੀਸਸ। ਇਹ 2 ਬੁੱਕਸ ਨੇ, ਇੱਕ ਮੋਨੋਥੀਸਟ ਅਤੇ ਸੈਕਿੰਡ ਹੈਗੀ ਹੈ ਪ੍ਰੀਸੈਪਟਸ ਆਫ ਜੀਸਸ। ਤੇ ਇਹਨਾਂ ਨੇ ਟਰਾਂਸਲੇਟ ਕੀਤਾ ਸੀ ਵੇਦਾਸ ਐਂਡ 5 ਉਪਨਿਸ਼ਦ ਨੂੰ ਇਨ ਬੰਗਾਲੀ ਲੈਂਗੁਏਜ ਦੇ ਵਿੱਚ। ਨੈਕਸਟ ਜਿਹੜੀ ਇਹਨਾਂ ਨੇ ਇੰਪੋਰਟੈਂਟ ਕੰਟਰੀਬਿਊਸ਼ਨ ਆ ਉਹ ਹੈਗੀ ਹੈ ਐਸਟੈਬਲਿਸ਼ਮੈਂਟ ਆਫ ਅਮਿਤਯ ਸਭਾ, ਯਾਨੀ ਕਿ ਸੋਸਾਇਟੀ ਆਫ ਫਰੈਂਡਸ ਇਨ 1814 ਇਨ ਕੈਲਕਟਾ। ਜਿਹੜਾ ਨੈਕਸਟ ਇਹਨਾਂ ਦਾ ਇੱਕ ਮੇਨ ਕੰਟਰੀਬਿਊਸ਼ਨ ਹੈ ਉਹ ਹੈਗੀ ਹੈ ਫਾਊਂਡੇਸ਼ਨ ਆਫ ਬ੍ਰਹਮੋ ਸਭਾ। ਸਭ ਤੋਂ ਪਹਿਲਾਂ ਬ੍ਰਹਮੋ ਸਭਾ ਆਉਂਦੀ ਹੈ 1828 ਕਲਕੱਤਾ ਦੇ ਵਿੱਚ। ਤੇ ਉਸ ਤੋਂ ਬਾਅਦ ਇਹ ਫਾਊਂਡ ਕਰਦੇ ਨੇ ਬ੍ਰਹਮੋ ਸਮਾਜ। ਉਹ ਵੀ 1828 'ਚ ਆਉਂਦਾ ਹੈ, ਉਹ ਵੀ ਕੈਲਕੱਤਾ ਦੇ ਵਿੱਚ ਆਉਂਦਾ ਹੈ। ਤੇ ਜਿਹੜਾ ਬ੍ਰਹਮੋ ਸਮਾਜ ਦਾ ਏਜੰਡਾ ਹੁੰਦਾ ਹੈ ਉਹ ਏਜੰਡਾ ਹੁੰਦਾ ਹੈ ਪਿਊਰੀਫਿਕੇਸ਼ਨ ਆਫ ਹਿੰਦੂਇਜ਼ਮ ਐਂਡ ਟੂ ਪ੍ਰੀਚ ਮੋਨੋਥੀਜ਼ਮ। ਜਿਹੜੇ ਰਾਜਾ ਰਾਮ ਮੋਹਨ ਰਾਏ ਹੈ ਤੇ ਡੇਵਿਡ ਹੇਅਰ, ਇਹ 2 ਜਣੇ ਮਿਲ ਕੇ ਐਸਟੈਬਲਿਸ਼ ਕਰਦੇ ਨੇ ਹਿੰਦੂ ਕਾਲਜ ਇਨ 1817 ਦੇ ਵਿੱਚ। ਤੇ 1829 ਦੇ ਵਿੱਚ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜੀ ਪ੍ਰੈਕਟਿਸ ਆਫ ਸਤੀ ਸੀਗੀ ਉਹ ਅਬੋਲਿਸ਼ ਕਰਦੇ ਨੇ ਇਹਨਾਂ ਦੀ ਐਫਰਟਸ ਦੇ ਨਾਲ। ਤੇ ਕੌਣ ਹੁੰਦਾ ਜੇ ਗਵਰਨਰ ਜਨਰਲ ਉਸ ਵਕਤ ਦਾ ਉਹ ਹੁੰਦਾ ਲਾਰਡ ਵਿਲੀਅਮ ਬੈਂਟਿਕ। ਤੇ ਜਿਹੜਾ ਸਤੀ ਹੈ, ਜਿਹੜਾ ਵੀ ਹੁਣ ਕੋਈ ਸਤੀ ਕਰੇਗਾ ਤਾਂ ਇਹ ਕ੍ਰਾਈਮ ਮੰਨਿਆ ਜਾਏਗਾ, ਯਾਨੀ ਕਿ ਕ੍ਰਿਮੀਨਲ ਐਕਟ ਇਹ ਘੋਸ਼ਿਤ ਕਰ ਦਿੱਤਾ ਜਾਂਦਾ। ਨੈਕਸਟ ਆਪਣੇ ਰਿਫਾਰਮਰ ਨੇ ਰਾਜਾ ਰਾਧਾ ਕਾਂਤ ਦੇਵ। ਇਹ ਕਾਊਂਟਰ ਕਰਦੇ ਨੇ ਬ੍ਰਹਮੋ ਸਮਾਜ ਦੀਆਂ ਐਕਟੀਵਿਟੀਜ਼ ਨੂੰ, ਕਿਉਂਕਿ ਇਹ ਆਰਥੋਡਾਕਸ ਸੈਕਸ਼ਨ ਦੇ ਵਿੱਚੋਂ ਆਉਂਦੇ ਨੇ। ਇਸ ਕਰਕੇ ਇਹ ਆਪਣੀ ਇੱਕ ਸਭਾ ਚਲਾਉਂਦੇ ਨੇ ਧਰਮੋ ਸਭਾ, ਜਿਹੜੀ ਕਾਊਂਟਰ ਕਰਦੀ ਹੈ ਬ੍ਰਹਮੋ ਸਮਾਜ ਨੂੰ, ਯਾਨੀ ਕਿ ਉਹ ਮਾਡਰਨਾਈਜ਼ ਲੈ ਕੇ ਜਾਂਦੀ ਸੀਗੀ ਚੀਜ਼ਾਂ ਨੂੰ। ਇਹ ਉਹਨਾਂ ਨੂੰ ਕਾਊਂਟਰ ਕਰਕੇ ਅਸੀਂ ਕਹਿੰਦੇ ਸੀਗੇ ਜਿਹੜਾ ਐਂਸ਼ੀਅੰਟ ਪੀਰੀਅਡ ਆ ਉਹ ਗਲੋਰੀਫਾਈ ਕਰੋ, ਯਾਨੀ ਕਿ ਜਿਹੜਾ ਪ੍ਰੀਸਟ ਵਾਲਾ ਟਾਈਮ ਸੀਗਾ, ਇਹ ਸਾਨੂੰ ਜਿਹੜਾ ਪੁਰਾਣਾ ਇੰਡੀਆ ਉਹ ਚਾਹੀਦਾ।
फिर उस तो नैक्सट जो ब्रह्मो समाज है, ब्रह्मो समाज तो बाद बारी आती है दविंद्रनाथ टैगोर की। जो दविंद्रनाथ टैगोर है ये फादर ऑफ रविंद्रनाथ टैगोर ने। ये ਜਿਹੜੇ ਦਵਿੰਦਰਨਾਥ ਟੈਗੋਰ ਨੇ ਐਸਟੈਬਲਿਸ਼ ਕਰਦੇ ਨੇ ਤਤਬੋਧਿਨੀ ਸਭਾ, ਤਤਬੋਧਿਨੀ ਸਭਾ ਇਨ 1839। ਤੇ ਜਿਹੜੇ ਇਹਨਾਂ ਦਾ ਜਰਨਲ ਹੁੰਦਾ ਯਾਨੀ ਕਿ ਪੱਤਰਿਕਾ, ਇਹਨਾਂ ਦੇ ਜਰਨਲ ਦਾ ਨਾਮ ਹੈ ਤਤਬੋਧਿਨੀ ਪੱਤਰਿਕਾ। ਇਹ ਬੰਗਾਲੀ ਲੈਂਗੁਏਜ ਦੇ ਵਿੱਚ ਜਰਨਲ ਹੈ। ਫਿਰ ਉਸ ਤੋਂ ਬਾਅਦ ਜਿਹੜਾ ਬ੍ਰਹਮੋ ਸਮਾਜ ਹੈ ਇਹਦੇ ਵਿੱਚ ਡਿਫਰੈਂਸਿਸ ਆ ਜਾਂਦੇ ਨੇ। ਜਿਹੜੇ ਦੋ ਬੰਦੇ ਹੁੰਦੇ ਨੇ, ਇੱਕ ਕੇਸ਼ਵ ਚੰਦਰ ਸੇਨ, ਇੱਕ ਦਵਿੰਦਰਨਾਥ ਟੈਗੋਰ। ਪਹਿਲਾਂ ਦੋਵੇਂ ਇਹ ਬ੍ਰਹਮੋ ਸਮਾਜ ਦੇ ਮੈਂਬਰ ਹੁੰਦੇ ਨੇ। ਕਿਸੇ ਕਾਰਨਵਸ਼ ਇਹਨਾਂ ਦੋਨਾਂ 'ਚ ਡਿਫਰੈਂਸਿਸ ਆ ਜਾਂਦੇ ਨੇ, ਜਿਹਦੇ ਕਰਕੇ ਜਿਹੜਾ ਬ੍ਰਹਮੋ ਸਮਾਜ ਹੈ ਉਹ ਦੋ ਭਾਗਾਂ ਵਿੱਚ ਟੁੱਟ ਜਾਂਦਾ ਹੈ। ਇੱਕ ਦਾ ਨਾਮ ਰੱਖ ਲਿੱਤਾ ਜਾਂਦਾ ਹੈ ਬ੍ਰਹਮੋ ਸਮਾਜ ਆਫ ਇੰਡੀਆ। ਜਿਹੜਾ ਬ੍ਰਹਮੋ ਸਮਾਜ ਆਫ ਇੰਡੀਆ ਹੈ ਇਹਦਾ ਫਾਊਂਡਰ ਹੈ ਕੇਸ਼ਵ ਚੰਦਰ ਸੇਨ। ਤੇ ਦੂਜੇ ਦਾ ਨਾਮ ਹੈ ਆਦਿ ਬ੍ਰਹਮੋ ਸਮਾਜ, ਜਿਨ੍ਹਾਂ ਦਾ ਫਾਊਂਡਰ ਹੈ ਦਵਿੰਦਰਨਾਥ ਟੈਗੋਰ। ਜਿਹੜਾ ਦਵਿੰਦਰਨਾਥ ਟੈਗੋਰ ਦਾ ਆਦਿ ਬ੍ਰਹਮੋ ਸਮਾਜ ਹੈ, ਆਦਿ ਬ੍ਰਹਮੋ ਸਮਾਜ ਜਿਹੜਾ ਦਵਿੰਦਰਨਾਥ ਟੈਗੋਰ ਦਾ ਹੈ, ਇਹ ਅੱਗੋਂ ਫਿਰ ਸਪਲਿਟ ਹੋ ਜਾਂਦਾ ਹੈ। ਜਿਹੜਾ ਸਪਲਿਟ ਹੋ ਕੇ ਬਣਦਾ ਹੈ ਸਧਾਰਨ ਬ੍ਰਹਮੋ ਸਮਾਜ। ਜਿਹੜਾ ਸਧਾਰਨ ਬ੍ਰਹਮੋ ਸਮਾਜ ਹੈ ਇਹਦਾ ਫਾਊਂਡਰ ਨੇ ਆਨੰਦ ਮੋਹਨ ਬੋਸ। ਇਹ ਜਿਹੜੇ ਤਿੰਨੇ ਨਾਮ ਨੇ ਆਪਾਂ ਨੂੰ ਯਾਦ ਰੱਖਣ ਲਈ ਬਹੁਤ ਜ਼ਰੂਰੀ ਨੇ। ਕਈ ਵਾਰ ਆਪਾਂ ਕਨਫਿਊਜ਼ ਕਰ ਜਾਂਦੇ ਹਾਂ ਜਿਹੜਾ ਬ੍ਰਹਮੋ ਸਮਾਜ ਅਤੇ ਬ੍ਰਹਮੋ ਸਮਾਜ ਆਫ ਇੰਡੀਆ ਨੂੰ। ਇਹ ਦੋਵੇਂ ਵੱਖ-ਵੱਖ ਨੇ, ਇਹ ਦੋਵੇਂ ਇੱਕ ਨਹੀਂ ਹੈਗੇ। ਕਈ ਵਾਰ ਆਪਾਂ ਗਲਤੀ ਨਾਲ ਰਾਜਾ ਰਾਮ ਮੋਹਨ ਰਾਏ ਆਪਾਂ ਇਹਦਾ ਨਾਮ ਲਗਾ ਦਿੰਦੇ ਹਾਂ, ਜਿਹੜਾ ਕਿ ਬ੍ਰਹਮੋ ਸਮਾਜ ਆਫ ਇੰਡੀਆ ਨਹੀਂ ਹੈਗਾ। ਜਿਹੜਾ ਬ੍ਰਹਮੋ ਸਮਾਜ ਆਫ ਇੰਡੀਆ ਉਹ ਕੇਸ਼ਵ ਚੰਦਰ ਸੇਨ ਹੈ। ਇਸ ਕਰਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਯਾਦ ਰੱਖਣਾ ਕਿ ਦੋਨਾਂ ਦੇ ਡਿਫਰੈਂਸ ਨੇ, ਬ੍ਰਹਮੋ ਸਮਾਜ ਆਫ ਇੰਡੀਆ ਅਤੇ ਬ੍ਰਹਮੋ ਸਮਾਜ ਇਕੱਲਾ। ਇਹ ਦੋਵੇਂ ਵੱਖਰੇ ਵੱਖਰੀ ਆਰਗੇਨਾਈਜੇਸ਼ਨਸ ਨੇ। ਜਿਹੜੇ ਆਪਣੀ ਨੈਕਸਟ ਰਿਫਾਰਮਰ ਨੇ ਉਹਨਾਂ ਦਾ ਨਾਮ ਹੈ ਆਤਮਾ ਰਾਮ ਪਾਂਡੂਰੰਗ। ਜਿਹੜੀ ਇਹਨਾਂ ਨੇ ਆਰਗੇਨਾਈਜੇਸ਼ਨ ਫਾਊਂਡ ਕੀਤੀ ਸੀ ਉਹ ਸੀਗੀ ਪ੍ਰਾਰਥਨਾ ਸਮਾਜ ਇਨ ਬੰਬੇ, ਪ੍ਰਾਰਥਨਾ ਸਮਾਜ ਇਨ ਬੰਬੇ। ਨੈਕਸਟ ਜਿਹੜੇ ਹੈਗੇ ਨੇ ਹੈਨਰੀ ਵਿਵਿਨ ਡੋਰਜ਼ੀਓ। ਹੈਨਰੀ ਵਿਵਿਨ ਡੋਰਜ਼ੀਓ ਇਹਨਾਂ ਨੇ ਜੰਗ ਬੰਗਾਲ ਮੂਵਮੈਂਟ ਐਸਟੈਬਲਿਸ਼ ਕੀਤੀ ਸੀਗੀ। ਅਤੇ ਆਪਾਂ ਨੂੰ ਕਈ ਵਾਰ ਪੇਪਰ 'ਚ ਹੁੰਦਾ ਜਿਹੜੀ ਜੰਗ ਬੰਗਾਲ ਮੂਵਮੈਂਟ ਹੈ ਉਹਨਾਂ ਦੇ ਫਾਊਂਡਰ ਕੌਣ ਨੇ, ਤਾਂ ਉਹਦਾ ਆਨਸਰ ਹੋਏਗਾ ਹੈਨਰੀ ਵਿਵਿਨ ਡੋਰਜ਼ੀਓ। ਨੈਕਸਟ ਨੇ ਬਾਲ ਸ਼ਾਸਤਰੀ ਜਾਂਬੇਦਕਰ। ਬਾਲ ਸ਼ਾਸਤਰੀ ਜਾਂਬੇਦਕਰ ਇਹ ਵੀ ਆਪਣੇ ਰਿਫਾਰਮਰ ਨੇ। ਜਿਹੜੀ ਇਹਨਾਂ ਦੀ ਆਰਗੇਨਾਈਜੇਸ਼ਨ ਸੀ ਉਹਨਾਂ ਦਾ ਨਾਮ ਹੈ ਨੇਟਿਵ ਜਰਨਲ ਲਾਇਬ੍ਰੇਰੀ। ਅਤੇ ਜਿਹੜਾ ਇਹਨਾਂ ਦਾ ਨਿਊਜ਼ਪੇਪਰ ਹੈ ਉਹਦਾ ਨਾਮ ਹੈ ਦਰਪਣ। ਦਰਪਣ ਜਿਹੜਾ ਇਹਨਾਂ ਦਾ ਨਿਊਜ਼ਪੇਪਰ ਹੈ। ਨੈਕਸਟ ਹੈ ਜੀ ਇਹਦੇ 'ਚ ਪਰਮਹੰਸ ਮੰਡਲੀ। ਪਰਮਹੰਸ ਮੰਡਲੀ ਇੱਕ ਆਰਗੇਨਾਈਜੇਸ਼ਨ ਹੈ ਜਿਨ੍ਹਾਂ ਦੇ ਫਾਊਂਡਰ ਦਾ ਨਾਮ ਹੈ ਦਾਦੋਬਾ ਪਾਂਡੂਰੰਗ ਇਨ ਮਹਾਰਾਸ਼ਟਰਾ। ਦਾਦੋਬਾ ਪਾਂਡੂਰੰਗ ਇਹ ਮਹਾਰਾਸ਼ਟਰ ਦੇ ਵਿੱਚ ਆਰਗੇਨਾਈਜੇਸ਼ਨ ਫਾਊਂਡ ਹੁੰਦੀ ਹੈ ਪਰਮਹੰਸ ਮੰਡਲੀ। ਅਤੇ ਜਿਹੜੀ ਆਪਾਂ ਨੈਕਸਟ ਕੀਤੀ ਹੈ ਉਹ ਆਪਾਂ ਰਿਫਾਰਮਰ ਪਹਿਲਾਂ ਵੀ ਪੜ੍ਹ ਚੁੱਕੇ ਹਾਂ, ਜੋਤੀਬਾ ਫੂਲੇ। ਜਿਹੜੇ ਇੱਕ ਲੋਅਰ ਕਲਾਸ ਫੈਮਿਲੀ ਮਾਲੀ ਫੈਮਿਲੀ ਦੇ ਵਿੱਚ ਨੂੰ ਬਿਲੋਂਗ ਕਰਦੇ ਨੇ, ਉਹਨਾਂ 'ਚ ਇਹਦਾ ਬਰਥ ਹੁੰਦਾ ਅਤੇ ਮਹਾਰਾਸ਼ਟਰ ਤੋਂ ਨੇ ਇਹ। ਅਤੇ ਜਿਹੜੇ ਇਹਨਾਂ ਦੀ ਬੁੱਕਸ ਹੈ, ਇੱਕ ਬਹੁਤ ਫੇਮਸ ਬੁੱਕ ਆ ਜਿਹੜੀ ਅਕਸਰ ਆਪਾਂ ਨੂੰ ਪੇਪਰ 'ਚ ਹੁੰਦੀ ਹੈ ਗੁਲਾਮਗਿਰੀ। ਗੁਲਾਮਗਿਰੀ ਜਿਹੜੀ ਕਿਤਾਬ ਹੈ ਇਹ ਜੋਤੀਬਾ ਫੂਲੇ ਨੇ ਲਿਖੀ ਹੈ। ਜਿਹੜੀ ਇਹਨਾਂ ਦੀ ਇੱਕ ਹੋਰ ਕਿਤਾਬ ਹੈ ਉਹਨਾਂ ਦਾ ਨਾਮ ਹੈ ਸਰਵਜਨਿਕ ਸੱਤਿਆ ਧਰਮਾ। ਸਰਵਜਨਿਕ ਸੱਤਿਆ ਧਰਮਾ। ਅਤੇ ਜਿਹੜੇ ਜੋਤੀਬਾ ਫੂਲੇ ਨੇ ਇਹ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਸੀ ਜਿਹੜਾ ਬ੍ਰਾਹਮਣੀਕਲ ਡੋਮੀਨੈਂਸ ਸੀਗਾ ਉਹਨੂੰ ਇਹ ਅਪੋਜ਼ ਕਰਦੇ ਸੀਗੇ। ਜਿਹੜੇ ਬ੍ਰਾਹਮਣ ਸੀਗੇ ਉਹ ਸਿੰਬਲ ਯੂਜ਼ ਕਰਦੇ ਸੀਗੇ ਰਾਜਾ ਰਾਮ ਦਾ, ਜਿਹੜਾ ਆਪਣਾ ਲਾਰਡ ਰਾਮਾ ਹੁੰਦਾ ਉਹਨਾਂ ਸਿੰਬਲ ਯੂਜ਼ ਕਰਦੇ ਸੀਗੇ। ਜਿਹੜੇ ਬ੍ਰਾਹਮਣ ਸੀਗੇ ਇਹ ਉਹਨਾਂ ਨੂੰ ਉਹਨਾਂ ਦੇ ਅਗੇਂਸਟ ਇੱਕ ਸਿੰਬਲ ਯੂਜ਼ ਕਰਦੇ ਸੀਗੇ ਰਾਜਾ ਬਾਲੀ ਦਾ। ਬ੍ਰਾਹਮਣਾਂ ਦੇ ਸਿੰਬਲ ਦੇ ਖਿਲਾਫ ਇਹਨਾਂ ਦਾ ਜਿਹੜਾ ਸਿੰਬਲ ਸੀਗਾ ਉਹ ਸੀਗਾ ਰਾਜਾ ਬਾਲੀ। ਨੈਕਸਟ ਆਪਣੇ ਗੋਪਾਲ ਦੇਸ਼ਮੁਖ, ਗੋਪਾਲ ਹਰੀ ਦੇਸ਼ਮੁਖ। ਜਿਹੜੇ ਗੋਪਾਲ ਹਰੀ ਦੇਸ਼ਮੁਖ ਹੈ ਇਹਨਾਂ ਦਾ ਇੱਕ ਪੋਪੂਲਰ ਨੇਮ ਹੈ ਲੋਕ ਹਿੱਤਿਆਵਾਦੀ। ਲੋਕ ਹਿੱਤਿਆਵਾਦੀ ਇੱਕ ਇਹਨਾਂ ਦਾ ਵੀਕਲੀ ਜਰਨਲ ਸੀਗਾ ਯਾਨੀ ਕਿ ਨਿਊਜ਼ਪੇਪਰ, ਜਿਹਦਾ ਨਾਮ ਹੈ ਪ੍ਰਭਾਕਰ। ਪ੍ਰਭਾਕਰ ਇਹਨਾਂ ਦੇ ਅਖਬਾਰ ਦਾ ਨਾਮ ਹੈ। ਜਿਹੜੇ ਹੋਰ ਦੋ ਇਹਨਾਂ ਦੇ ਜਰਨਲ ਨੇ ਉਹਨਾਂ ਦਾ ਨਾਮ ਹੈ ਗਿਆਨ ਪ੍ਰਕਾਸ਼, ਹਿੰਦੂ ਪ੍ਰਕਾਸ਼ ਅਤੇ ਲੋਕ ਹਿੱਤਿਆਵਾਦੀ। ਜਿਹੜਾ ਲੋਕ ਹਿੱਤਿਆਵਾਦੀ ਹੈ ਬਹੁਤ ਹੀ ਪੋਪੂਲਰ ਕੁਐਸਚਨ MCQ ਦੇ ਵਿੱਚ ਕਈ ਵਾਰ ਪੁੱਛਿਆ ਹੁੰਦਾ ਲੋਕ ਹਿੱਤਿਆਵਾਦੀ ਕਿਹਦਾ ਨਾਮ ਹੈ, ਤਾਂ ਉਹਦਾ ਆਨਸਰ ਹੋਏਗਾ ਗੋਪਾਲ ਹਰੀ ਦੇਸ਼ਮੁਖ। ਨੈਕਸਟ ਹੈ ਗੋਪਾਲ ਗਣੇਸ਼ ਅਗਰਕਰ। ਜਿਹੜੇ ਆਪਣੇ ਅਗਲੇ ਰਿਫਾਰਮਰ ਨੇ ਉਹਨਾਂ ਦਾ ਨਾਮ ਹੈ ਗੋਪਾਲ ਗਣੇਸ਼ ਅਗਰਕਰ। ਹੀ ਵਾਜ਼ ਦੀ ਫਸਟ ਐਡੀਟਰ ਆਫ ਜਰਨਲ ਕੇਸਰੀ। ਇੱਕ ਕੇਸਰੀ ਨਾਮ ਦਾ ਅਖਬਾਰ ਹੈ ਜਿਹੜਾ ਕਿ ਐਸਟੈਬਲਿਸ਼ ਕੀਤਾ ਸੀਗਾ ਬਾਲ ਗੰਗਾਧਰ ਤਿਲਕ ਨੇ। ਉਹਦੇ ਜਿਹੜੇ ਪਹਿਲੇ ਐਡੀਟਰ ਬਣੇ ਗੋਪਾਲ ਗਣੇਸ਼ ਅਗਰਕਰ ਪਹਿਲੇ ਐਡੀਟਰ ਸੀ। ਜਿਹੜਾ ਕੇਸਰੀ ਅਖਬਾਰ ਗੋਪਾਲ ਗਣੇਸ਼ ਅਗਰਕਰ ਦਾ ਜਿਹੜਾ ਖੁਦ ਦਾ ਅਖਬਾਰ ਸੀ ਉਹਦਾ ਨਾਮ ਸੀਗਾ ਸੁਧਾਰਕ। ਇੱਕ ਨੈਕਸਟ ਇੰਪੋਰਟੈਂਟ ਆਪਣੀ ਸੁਸਾਇਟੀ ਇੱਕ ਹੋਰ ਹੈ ਸਰਵੈਂਟਸ ਆਫ ਇੰਡੀਅਨ ਸੁਸਾਇਟੀ। ਜਿਹੜੇ ਇਹਨਾਂ ਦੇ ਫਾਊਂਡਰ ਹੈ ਉਹ ਗੋਪਾਲ ਕ੍ਰਿਸ਼ਨ ਗੋਖਲੇ। ਗੋਪਾਲ ਕ੍ਰਿਸ਼ਨ ਗੋਖਲੇ ਗਾਂਧੀ ਦੇ ਗੁਰੂ ਨੇ। ਗਾਂਧੀ ਦੇ ਜਿਹੜੇ ਪੋਲੀਟੀਕਲ ਗੁਰੂ ਨੇ ਉਹਦਾ ਨਾਮ ਹੈ ਗੋਪਾਲ ਕ੍ਰਿਸ਼ਨ ਗੋਖਲੇ। ਇਹਨਾਂ ਨੇ 1905 'ਚ ਇੱਕ ਆਰਗੇਨਾਈਜੇਸ਼ਨ ਫਾਊਂਡ ਕੀਤੀ ਸੀ ਸਰਵੈਂਟ ਆਫ ਇੰਡੀਅਨ ਸੁਸਾਇਟੀ। ਨੈਕਸਟ ਆਪਣੇ ਕੋਲ ਰਾਮਾ ਕ੍ਰਿਸ਼ਨਾ ਮਿਸ਼ਨ।
ਜਿਹੜਾ ਰਾਮਾ ਕ੍ਰਿਸ਼ਨਾ ਮਿਸ਼ਨ ਹੈ ਉਹ ਸਵਾਮੀ ਵਿਵੇਕਾਨੰਦ ਦੀ ਫਾਊਂਡੇਸ਼ਨ ਹੈ, ਉਹਨਾਂ ਦੀ ਆਰਗੇਨਾਈਜੇਸ਼ਨ ਹੈ। ਤੇ ਜਿਹੜੇ ਸਵਾਮੀ ਵਿਵੇਕਾਨੰਦ ਨੇ ਇਹਨਾਂ ਦਾ ਜਿਹੜਾ ਪਹਿਲਾ ਨਾਮ ਸੀਗਾ ਉਹ ਨਰਿੰਦਰਨਾਥ ਦੱਤਾ। ਨਰਿੰਦਰਨਾਥ ਦੱਤਾ ਸਵਾਮੀ ਵਿਵੇਕਾਨੰਦ ਦਾ ਚਾਈਲਡਹੁੱਡ ਦਾ ਨੇਮ ਸੀਗਾ। ਤੇ ਇੱਕ ਜਿਹੜਾ ਇਹਨਾਂ ਦੀ ਇੱਕ ਫੇਮਸ ਇਹਨਾਂ ਦੇ ਨਾਲ ਇੱਕ ਈਵੈਂਟ ਜੁੜਿਆ ਉਹ ਹੈਗਾ ਸਪੀਚ ਇਨ ਸ਼ਿਕਾਗੋ ਪਾਰਲੀਮੈਂਟ। ਇਹਨਾਂ ਨੇ ਸ਼ਿਕਾਗੋ ਦੀ ਪਾਰਲੀਮੈਂਟ 1893 ਦੇ ਵਿੱਚ 1893 ਦੇ ਵਿੱਚ ਸ਼ਿਕਾਗੋ ਦੇ ਵਿੱਚ ਜਿਹੜੀ ਪਾਰਲੀਮੈਂਟ ਸੀ ਉਹਦੇ ਵਿੱਚ ਇੱਕ ਫੇਮਸ ਸਪੀਚ ਦਿੱਤੀ ਸੀ। ਆਪਾਂ ਉਰੇ ਇਹਦਾ ਇੱਕ ਇਹ ਜਿਹੜੀ ਡੇਟ ਹੈ 1893 ਇਹ ਯਾਦ ਰੱਖਣੀ ਹੈ ਕਿਉਂਕਿ ਐਗਜ਼ਾਮ ਦੇ ਵਿੱਚ ਆਪਾਂ ਨੂੰ ਇਹ ਡੇਟ ਪੁੱਛੀ ਗਈ ਹੁੰਦੀ ਹੈ। ਤੇ ਜਿਹੜਾ ਇੱਕ ਇਹਨਾਂ ਦਾ ਫੇਮਸ ਡਾਕਟਰੀਨ ਹੈ ਜੋ ਇਹ ਕਹਿੰਦੇ ਸੀਗੇ ਦ ਸਰਵਿਸ ਆਫ ਜੀਵਾ। ਜੀਵਾ ਦਾ ਮਤਲਬ ਹੈ ਲਿਵਿੰਗ ਬੀਇੰਗਸ। ਦ ਸਰਵਿਸ ਆਫ ਜੀਵਾ ਇਜ਼ ਦੀ ਵਾਰਸ਼ਿਪ ਆਫ ਸਿਵਾ, ਯਾਨੀ ਕਿ ਤੁਸੀਂ ਲਿਵਿੰਗ ਬੀਇੰਗਸ ਜਿਹੜੀ ਸਰਵਿਸ ਕਰੋਗੇ ਤਾਂ ਉਹ ਪੂਜਾ ਹੋਏਗੀ ਰੱਬ ਦੀ। ਨੈਕਸਟ ਇਹਦੇ ਵਿੱਚ ਆਪਣੇ ਰਿਫਾਰਮਰ ਨੇ ਦਯਾਨੰਦ ਸਰਸਵਤੀ। ਦਯਾਨੰਦ ਸਰਸਵਤੀ ਦਾ ਇੱਕ ਪਪੂਲਰ ਨੇਮ ਹੈ, ਯਾਨੀ ਕਿ ਇੱਕ ਉਹਨਾਂ ਦਾ ਪੁਰਾਣਾ ਨੇਮ ਹੈ ਮੂਲ ਸ਼ੰਕਰ। ਮੂਲ ਸ਼ੰਕਰ ਦਯਾਨੰਦ ਸਰਸਵਤੀ ਦਾ ਦੂਜਾ ਨਾਮ ਹੈ। ਇਹਨਾਂ ਨੇ ਜਿਹੜੀ ਇੱਕ ਫਾਊਂਡੇਸ਼ਨ ਬਣਾਈ ਸੀ ਉਹਦਾ ਨਾਮ ਹੈ ਆਰਿਆ ਸਮਾਜ। ਆਰਿਆ ਸਮਾਜ 1875 ਦੇ ਵਿੱਚ ਬਣੀ ਸੀ ਬੰਬੇ ਦੇ ਵਿੱਚ। ਇਹਨਾਂ ਨੇ ਜਿਹੜੀ ਕਿਤਾਬ ਲਿਖੀ ਉਹਨਾਂ ਦਾ ਨਾਮ ਹੈ ਸਤਿਆਰਥ ਪ੍ਰਕਾਸ਼। ਸਲੋਗਨ ਦਿੱਤਾ ਸੀਗਾ ਬੈਕ ਟੂ ਵੇਦਾਸ, ਬੈਕ ਟੂ ਵੇਦਾਸ। ਇਹਨਾਂ ਨੇ ਕ੍ਰਿਟੀਸਾਈਜ਼ ਕੀਤਾ ਸੀਗਾ ਪੁਰਾਣਸ ਨੂੰ, ਅਤੇ ਇਹਨਾਂ ਦਾ ਮੰਨਣਾ ਸੀਗਾ ਕਰਮਾਂ ਦੇ ਵਿੱਚ ਅਤੇ ਰੀਇਨਕਾਰਨੇਸ਼ਨ 'ਚ, ਯਾਨੀ ਕਿ ਜਿਹੜੇ ਅਵਤਾਰ ਨੇ ਉਹ ਜਨਮ ਲੈਂਦੇ ਨੇ। ਆਰਿਆ ਸਮਾਜ ਨੇ ਜਿਹੜਾ ਇਹਦਾ ਮੋਟਿਵ ਸੀਗਾ ਉਹਦਾ ਸ਼ੁੱਧੀ ਮੂਵਮੈਂਟ ਸੀਗਾ, ਯਾਨੀ ਕਿ ਜਿਹੜੇ ਹਿੰਦੂ ਆਪਣਾ ਧਰਮ ਕਨਵਰਟ ਕਰ ਚੁੱਕੇ ਸੀ ਜਾਂ ਮੁਸਲਿਮ ਬਣ ਗਏ ਸੀ ਜਾਂ ਕੁਛ ਕ੍ਰਿਸਚੈਨਿਟੀ ਦੇ ਵਿੱਚ ਮਿਸ਼ਨਰੀਜ਼ ਦੀ ਹਰਕਤਾਂ ਕਰਕੇ ਹਿੰਦੂ ਧਰਮ ਤੋਂ ਬਦਲ ਗਏ ਸੀਗੇ। ਇਹਨਾਂ ਦਾ ਜਿਹੜਾ ਕਾਰਨ, ਇਹਨਾਂ ਦਾ ਜਿਹੜਾ ਮਕਸਦ ਸੀਗਾ ਆਰਿਆ ਸਮਾਜ ਦਾ, ਉਹ ਹਿੰਦੂ ਧਰਮ ਦੇ ਵਿੱਚ ਦੁਬਾਰਾ ਤੋਂ ਪਰਿਵਰਤਨ ਕਰਨਾ ਸੀਗਾ, ਯਾਨੀ ਕਿ ਜਿਹੜੇ ਬਦਲ ਚੁੱਕੇ ਨੇ ਉਹਨਾਂ ਦਾ ਦੁਬਾਰਾ ਤੋਂ ਧਰਮ ਪਰਿਵਰਤਨ ਕਰਕੇ ਜਿਹੜੀ ਆਪਾਂ ਅੱਜ ਕੱਲ੍ਹ ਨਾਮ ਸੁਣਦੇ ਹਾਂ ਘਰ ਵਾਪਸੀ ਜਿਹੜੀ ਕਿ ਇੱਕ ਮੂਵਮੈਂਟ ਹੈ, ਯਾਨੀ ਕਿ ਜਿਹੜੇ ਹਿੰਦੂ ਧਰਮ 'ਚੋਂ ਵੱਖ ਹੋ ਗਏ ਨੇ ਦੁਬਾਰਾ ਤੋਂ ਹਿੰਦੂ ਧਰਮ ਅਪਣਾ ਲੈਣ, ਉਹ ਇਹਨਾਂ ਦਾ ਇੱਕ ਮੇਨ ਕਾਰਨ ਸੀਗਾ। ਨੈਕਸਟ ਆਪਣੇ ਕੋਲ ਆ ਜਾਂਦਾ ਦੇਵ ਸਮਾਜ। ਦੇਵ ਸਮਾਜ ਬਾਰੇ ਸਿਰਫ ਆਪਾਂ ਨੂੰ ਐਗਜ਼ਾਮ 'ਚ ਇੰਨਾ ਹੀ ਪੁੱਛਿਆ ਹੁੰਦਾ ਜਿਹੜਾ ਦੇਵ ਸਮਾਜ ਹੈ ਉਹਦਾ ਫਾਊਂਡਰ ਕੌਣ ਹੈ? ਨਾਰਾਇਣ ਅਗਨੀਹੋਤਰੀ। ਜਿਹੜੇ ਇਹਨਾਂ ਦੀ ਕਿਤਾਬ ਹੈ ਜਿਹੜੀ ਕਿ ਆ ਸਕਦੀ ਹਾਲੇ ਤੱਕ ਪੁੱਛੀ ਨਹੀਂ ਗਈ, ਉਹਦਾ ਨਾਮ ਹੈ ਦੇਵਾ ਸ਼ਾਸਤਰਾ। ਜਿਹੜਾ ਦੇਵ ਸਮਾਜ ਹੈ ਉਹਦਾ ਫਾਊਂਡਰ ਹੈ ਨਾਰਾਇਣ ਅਗਨੀਹੋਤਰੀ। ਨੈਕਸਟ ਆਪਣੇ ਕੋਲ ਜਿਹੜੀ ਮੂਵਮੈਂਟ ਹੈ ਉਹ ਹੈਗੀ ਹੈ ਰਾਧਾ ਸਵਾਮੀ ਮੂਵਮੈਂਟ। ਰਾਧਾ ਸਵਾਮੀ ਮੂਵਮੈਂਟ ਇਹ ਇੱਕ ਸਿੱਖ ਰਿਫਾਰਮ ਮੂਵਮੈਂਟ ਸੀਗੀ ਉਸ ਵਕਤ, ਅਤੇ ਜਿਹੜੇ ਇਹਦੇ ਫਾਊਂਡਰ ਨੇ ਉਹਨਾਂ ਦਾ ਨਾਮ ਹੈ ਤੁਲਸੀ ਰਾਮ ਜਾਂ ਫਿਰ ਇਹਨਾਂ ਦਾ ਇੱਕ ਦੂਜਾ ਨਾਮ ਹੈ ਸ਼ਿਵ ਦਿਆਲ। ਫਿਰ ਨੈਕਸਟ ਆਪਣੇ ਕੋਲ ਜਿਹੜੀ ਮੂਵਮੈਂਟ ਆ ਜਾਂਦੀ ਹੈ ਉਹ ਹੈਗੀ ਹੈ SNDP। SNDP ਦਾ ਫੁੱਲ ਫਾਰਮ ਹੈ ਸ਼੍ਰੀ ਨਾਰਾਇਣਨ ਗੁਰੂ ਧਰਮਾ ਪ੍ਰਤਿਪਾਲਨਾ। ਇੱਕ ਕੇਰਲਾ ਦੀ ਮੂਵਮੈਂਟ ਹੈ ਸ਼੍ਰੀ ਨਾਰਾਇਣਨ ਗੁਰੂ ਨੇ ਇਹ ਸ਼ੁਰੂ ਕੀਤੀ ਸੀਗੀ। ਕੇਰਲਾ ਦੀ ਇੱਕ ਕਮਿਊਨਿਟੀ ਸੀਗੀ ਇਜਾਵਾ ਤਕਰੀਬਨ 60% ਇਹ ਜਿਹੜੀ ਕੇਰਲ ਦੀ ਪਾਪੂਲੇਸ਼ਨ ਹੈ ਉਹ ਇਜਾਵਾਸ ਲੋਕਾਂ ਦੀ ਹੈ। ਜਿਹੜੇ ਇਜਾਵਾਸ ਨੇ ਇੱਕ ਬੈਕਵਰਡ ਕਮਿਊਨਿਟੀ ਆ, ਅਤੇ ਉਹਨਾਂ ਨੂੰ ਇਹ ਅਨਟੱਚੇਬਲ ਮੰਨਦੇ ਸੀਗੇ। ਉਹਨਾਂ ਨੂੰ ਨਾ ਤਾਂ ਪਾਠ ਕਰਨ ਦਾ ਅਧਿਕਾਰ ਸੀ ਅਤੇ ਨਾ ਹੀ ਕਿਸੇ ਮੰਦਰ ਦੇ ਵਿੱਚ ਜਾਣ ਦਾ, ਅਤੇ ਪਬਲਿਕ ਪਲੇਸਿਸ 'ਤੇ ਵੀ ਇਹਨਾਂ ਨਾਲ ਅਨਟੱਚੇਬਿਲਿਟੀ ਵਾਲਾ ਸਲੂਕ ਕੀਤਾ ਜਾਂਦਾ ਸੀ। ਜਿਹੜੇ ਨਾਰਾਇਣ ਗੁਰੂ ਜਿਨ੍ਹਾਂ ਦਾ ਪਾਪੂਲਰ ਨੇਮ ਨਾਨੂ, ਉਹਨਾਂ ਨੇ ਇਹਨਾਂ ਦੇ ਹੱਕਾਂ ਦੇ ਲਈ, ਇਹਨਾਂ ਦੇ ਰਾਈਟਸ ਦੇ ਲਈ ਇੱਕ ਮੂਵਮੈਂਟ ਸ਼ੁਰੂ ਕੀਤੀ ਸੀ ਜਿਹਦਾ ਨਾਮ ਰੱਖਿਆ SNDP। ਨੈਕਸਟ ਆਪਣੇ ਕੋਲ ਮੂਵਮੈਂਟ ਆ ਜਾਂਦੀ ਹੈ ਜਸਟਿਸ ਮੂਵਮੈਂਟ। ਜਿਹੜੀ ਜਸਟਿਸ ਮੂਵਮੈਂਟ ਹੈ ਇਹਨਾਂ ਦੇ ਫਾਊਂਡਰ ਦਾ ਨਾਮ ਹੈ CN ਮੁਦਲਿਆਰ। ਇਹ ਮਦਰਾਸ ਦੇ ਵਿੱਚ ਮੂਵਮੈਂਟ ਚੱਲੀ ਸੀਗੀ। ਜਿਹੜੇ ਇਹਨਾਂ ਦਾ ਮੇਨ ਏਮ ਸੀਗਾ ਨੌਨ ਬ੍ਰਾਹਮਨਸ ਨੂੰ ਲੈਜਿਸਲੇਚਰ ਦੇ ਵਿੱਚ ਨੌਕਰੀ ਦਿਵਾਉਣਾ, ਉਹਦੇ ਕਰਕੇ ਜਸਟਿਸ ਮੂਵਮੈਂਟ ਮਦਰਾਸ ਦੇ ਵਿੱਚ ਚਲਾਈ ਗਈ ਸੀਗੀ CN ਮੁਦਲਿਆਰ ਦੁਆਰਾ। ਨੈਕਸਟ ਆਪਣੇ ਕੋਲ ਇੱਕ ਇੰਪੋਰਟੈਂਟ ਮੂਵਮੈਂਟ ਆ ਜਾਂਦੀ ਹੈ ਸੈਲਫ ਰਿਸਪੈਕਟ ਮੂਵਮੈਂਟ। ਜਿਹੜੀ ਸੈਲਫ ਰਿਸਪੈਕਟ ਮੂਵਮੈਂਟ ਹੈ ਇਹਨਾਂ ਦੇ ਫਾਊਂਡਰ ਦਾ ਨਾਮ ਹੈ EV ਰਾਮਾਸਵਾਮੀ ਨਾਇਕਰ। ਨੈਕਸਟ ਜਿਹੜਾ ਕਿ ਆਪਾਂ ਪਹਿਲਾਂ ਵੀ ਕਰ ਚੁੱਕੇ ਸੀ ਇਹ ਰਿਫਾਰਮਰ, ਉਹਨਾਂ ਦਾ ਨਾਮ ਹੈ MG ਰਾਨਾਡੇ ਅਤੇ ਰਘੂਨਾਥ ਰਾਓ ਨੇ ਇੱਕ ਆਰਗੇਨਾਈਜੇਸ਼ਨ ਫਾਊਂਡ ਕੀਤੀ ਸੀ ਜਿਹਦਾ ਨਾਮ ਰੱਖਿਆ ਸੀ ਇੰਡੀਅਨ ਸੋਸ਼ਲ ਕਾਨਫਰੰਸ। ਫਿਰ ਉਸ ਤੋਂ ਬਾਅਦ ਇੱਕ ਇਸਲਾਮਿਕ ਰਿਵਾਈਵਲਿਸਟ ਮੂਵਮੈਂਟ ਆਉਂਦੀ ਹੈ ਵਹਾਬੀ ਮੂਵਮੈਂਟ। ਇਹ ਇੱਕ ਪਟਨਾ ਤੋਂ ਸ਼ੁਰੂ ਹੁੰਦੀ ਹੈ ਮੂਵਮੈਂਟ। ਜਿਹੜੇ ਇਹਦੇ ਫਾਊਂਡਰ ਹੈ ਸੈਯਦ ਅਹਿਮਦ ਬਰੇਲਵੀ ਉਹਦਾ ਨਾਮ ਹੈ। ਜਿਸ ਤਰ੍ਹਾਂ ਜਿਹੜੀ ਆਰਿਆ ਸਮਾਜ ਸੀ ਉਹ ਹਿੰਦੂ ਪਿਊਰੀਫਿਕੇਸ਼ਨ ਕਰ ਰਹੀ ਸੀਗੀ, ਯਾਨੀ ਕਿ ਜਿਹੜਾ ਪਿਓਰ ਹਿੰਦੂਇਜ਼ਮ ਹੈ ਉਹ ਲਿਆਉਣਾ ਚਾਹੁੰਦੀ ਸੀ। ਇਸੇ ਤਰ੍ਹਾਂ ਇਹ ਇਸਲਾਮਿਕ ਮੂਵਮੈਂਟ ਸੀਗੀ। ਇਹ ਜਿਹੜਾ ਇਸਲਾਮ ਸਾਊਦੀ ਅਰੇਬੀਆ ਦੇ ਵਿੱਚ ਹੈਗਾ ਉਹਨੂੰ ਇਹ ਰਿਵਾਈਵ ਕਰਨਾ ਚਾਹੁੰਦੇ ਸੀਗੇ। ਅਤੇ ਜਿਹੜਾ ਇਹਨਾਂ ਦਾ ਮੰਨਣਾ ਸੀਗਾ, ਜਿਹੜੀ ਵਹਾਬੀ ਮੂਵਮੈਂਟ ਆ ਇਹਨਾਂ ਦਾ ਮੰਨਣਾ ਸੀਗਾ, ਕਹਿੰਦੇ ਜਿਹੜਾ ਇੰਡੀਆ
ਉਹਨੂੰ ਕੀ ਸਮਝਦੇ ਸੀਗੇ, ਕਹਿੰਦੇ ਨੇ ਇੰਡੀਆ ਨੂੰ ਇਹ ਸਮਝਦੇ ਸੀਗੇ ਕਿ ਉਹ ਜ਼ਮੀਨ ਆ, ਲੈਂਡ, ਉਹ ਲੈਂਡ ਹੈਗੀ ਆ ਦਰ ਉਲ ਹਰਬ, ਧਾਰ ਉਲ ਹਰਬ, ਇਹਦਾ ਮਤਲਬ ਹੈ ਲੈਂਡ ਆਫ ਕਾਫਿਰਸ, ਯਾਨੀ ਕਿ ਜਿਹੜਾ ਹਿੰਦੁਸਤਾਨ ਹੈ ਉਹ ਕਾਫਰਾਂ ਦੀ ਧਰਤੀ ਹੈ। ਤੇ ਉਹਨੂੰ ਕੀ 'ਚ ਕਨਵਰਟ ਕਰਨਾ ਚਾਹੁੰਦੇ ਸੀ, ਉਹ ਕਨਵਰਟ ਕਰਨਾ ਚਾਹੁੰਦੇ ਸੀ ਕਿ ਧਾਰ ਉਲ ਇਸਲਾਮ, ਯਾਨੀ ਕਿ ਇਸਲਾਮ ਦੀ ਧਰਤੀ ਦੇ ਵਿੱਚ। ਇਹ ਇਹਨਾਂ ਦੀ ਥਿੰਕਿੰਗ ਸੀਗੀ ਵਹਾਬੀ ਮੂਵਮੈਂਟ ਦੀ। ਜਿਹੜਾ ਇਹਨਾਂ ਦਾ ਇੱਕ ਇੰਪੋਰਟੈਂਟ ਰੋਲ ਰਿਹਾ ਵਹਾਬੀ ਮੂਵਮੈਂਟ ਦਾ ਐਂਟੀ ਬ੍ਰਿਟਿਸ਼ ਸੈਂਟੀਮੈਂਟਸ ਫੈਲਾਉਣ ਦੇ ਵਿੱਚ, 1875 ਦਾ ਜਿਹੜਾ ਆਪਾਂ ਰਿਵੋਲਟ ਕੀਤਾ ਸੀਗਾ ਉਹਦੇ ਵਿੱਚ ਇਹਨਾਂ ਦਾ ਜਿਹੜਾ ਯੋਗਦਾਨ ਸੀਗਾ ਉਹ ਇਹੀ ਸੀਗਾ, ਜਿਹੜੇ ਅੰਗਰੇਜ਼ਾਂ ਪ੍ਰਤੀ ਨਫ਼ਰਤ ਫੈਲਾਣੀ ਲੋਕਾਂ ਦੇ ਵਿੱਚ। ਫਿਰ ਜਿਹੜੀ ਆਪਣੀ ਨੈਕਸਟ ਆਪਣੇ ਕੋਲ ਮੂਵਮੈਂਟ ਆ ਜਾਂਦੀ ਹੈ ਉਹ ਹੈਗੀ ਆ ਅਹਿਮਦੀਆ ਮੂਵਮੈਂਟ। ਜਿਹੜੀ ਅਹਿਮਦੀਆ ਮੂਵਮੈਂਟ ਹੈ ਇਹਦੇ ਫਾਊਂਡਰ ਦਾ ਨਾਮ ਹੈ ਮਿਰਜ਼ਾ ਗੁਲਾਮ ਅਲੀ ਅਹਿਮਦ, ਮਿਰਜ਼ਾ ਗੁਲਾਮ ਅਲੀ ਅਹਿਮਦ। ਨੈਕਸਟ ਆਪਣੇ ਕੋਲ ਮੂਵਮੈਂਟ ਆ ਜਾਂਦੀ ਹੈ ਅਲੀਗੜ੍ਹ ਮੂਵਮੈਂਟ। ਜਿਹੜੀ ਅਲੀਗੜ੍ਹ ਮੂਵਮੈਂਟ ਹੈ ਸੈਯਦ ਅਹਿਮਦ ਖਾਨ, ਸਰ ਸੈਯਦ ਅਹਿਮਦ ਖਾਨ, ਉਹਨਾਂ ਨੇ ਫਾਊਂਡ ਕੀਤੀ ਸੀਗੀ ਅਲੀਗੜ੍ਹ ਮੂਵਮੈਂਟ। ਅਤੇ ਜਿਹੜੇ ਇਹਨਾਂ ਦੇ ਮੈਗਜ਼ੀਨ ਦਾ ਨਾਮ ਹੈ ਉਹਦਾ ਨਾਮ ਹੈ ਤਹਿਦੀਬ ਉਲ ਹੱਕ, ਤਹਿਦੀਬ ਉਲ ਹੱਕ। ਜਿਹੜਾ ਇਹਨੂੰ ਇੰਗਲਿਸ਼ 'ਚ ਟਰਾਂਸਲੇਸ਼ਨ ਕਰਨਾ ਹੋਵੇ ਇਸ ਨਾਮ ਨੂੰ ਤਾਂ ਉਹਨੂੰ ਕਹਿ ਸਕਦੇ ਹਾਂ, ਇਹਨੂੰ ਆਪਾਂ ਕਹਿੰਦੇ ਹਾਂ ਇੰਪਰੂਵਮੈਂਟ ਆਫ ਮੈਨਰਸ ਐਂਡ ਮੋਰਲਸ, ਇੰਪਰੂਵਮੈਂਟ ਆਫ ਮੈਨਰਸ ਐਂਡ ਮੋਰਲਸ, ਤਹਿਦੀਬ ਉਲ ਅਖਲਕ। ਇਹਨਾਂ ਦੀ ਜਿਹੜੀ ਆਰਗੇਨਾਈਜੇਸ਼ਨ ਆ ਉਹਦਾ ਨਾਮ ਹੈ ਯੂਨਾਈਟਿਡ ਪੈਟਰੀਓਟਿਕ ਐਸੋਸੀਏਸ਼ਨ। ਇਹਨਾਂ ਨੇ ਇੱਕ ਸਟਾਰਟ ਕੀਤਾ ਸੀ ਮੁਹੰਮਦੀਅਨ ਐਂਗਲੋ ਓਰੀਐਂਟਿਡ ਕਾਲਜ, ਜਿਹੜਾ ਕਿ ਬਾਅਦ ਵਿੱਚ ਬਣ ਗਿਆ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਜਿਹੜਾ ਇਹਦਾ ਬਾਅਦ ਵਿੱਚ ਨਾਮ ਰੱਖਿਆ ਗਿਆ। ਫਿਰ ਇਸੀ ਤਰ੍ਹਾਂ ਜਿਵੇਂ ਆਪਾਂ ਸਿੱਖ ਰਿਫਾਰਮ ਮੂਵਮੈਂਟਸ ਦੇਖੇ, ਹਿੰਦੂ ਰਿਫਾਰਮ ਮੂਵਮੈਂਟਸ ਦੇਖੇ, ਮੁਸਲਿਮ ਰਿਵਾਈਵਲਿਸਟ ਮੂਵਮੈਂਟ ਦੇਖੇ। ਅਤੇ ਹੁਣ ਆਪਾਂ ਕੋਲ ਨੈਕਸਟ ਸੀਨ 'ਚ ਆਉਂਦੇ ਨੇ ਪਾਰਸੀਜ਼, ਪਾਰਸੀ ਰਿਫਾਰਮ ਮੂਵਮੈਂਟ। ਜਿਹੜੇ ਪਾਰਸੀਜ਼ ਨੇ ਇਹ ਜ਼ੋਰੋਐਸਟਰੀਅਨ ਜਿਹੜਾ ਇਹਨਾਂ ਦਾ ਧਰਮ ਹੈ ਉਹਨੂੰ ਰਿਵਾਈਵ ਕਰਨਾ ਚਾਹੁੰਦੇ ਸੀਗੇ। ਅਤੇ ਇਹ ਜਿਹੜਾ ਇਹਨਾਂ ਇੱਕ ਪਾਪੂਲਰ ਨਿਊਜ਼ਪੇਪਰ ਹੈ, ਆਪਾਂ ਨੂੰ MCQ 'ਚ ਵੀ ਕਈ ਵਾਰ ਪੁੱਛਿਆ ਜਾਂਦਾ ਹੈ, ਰਸਤ ਗੋਫਤਰ। ਜਿਹੜਾ ਰਸਤ ਗੋਫਤਰ ਅਖਬਾਰ ਹੈ ਇਹ ਕਿਹੜੀ ਆਰਗੇਨਾਈਜੇਸ਼ਨ ਨਾਲ ਸੰਬੰਧ ਰੱਖਦਾ, ਤਾਂ ਹੈਗਾ ਇਹ ਪਾਰਸੀ ਮੂਵਮੈਂਟ ਦੇ ਨਾਲ। ਰਹਿਨੁਮਾਈ, ਜਿਹਦਾ ਨਾਮ ਹੈ ਰਹਿਨੁਮਾਈ ਮਜ਼ਦਗਾਰਨੀ ਸਭਾ, ਇਹਨਾਂ ਦੀ ਆਰਗੇਨਾਈਜੇਸ਼ਨ ਸੀਗੀ ਰਹਿਨੁਮਾਈ ਮਜ਼ਦਗਾਰਨੀ ਸਭਾ। ਫਿਰ ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦੀ ਹੈ ਸਿੱਖ ਰਿਫਾਰਮ ਮੂਵਮੈਂਟਸ। ਜਿਹੜੀ ਸਿੱਖ ਰਿਫਾਰਮ ਮੂਵਮੈਂਟ ਸਭ ਤੋਂ ਅਹਿਮ ਮੂਵਮੈਂਟ ਰਹੀ ਹੈ ਉਹ ਹੈਗੀ ਹੈ ਸਿੰਘ ਸਭਾ ਮੂਵਮੈਂਟ। ਸਿੰਘ ਸਭਾ ਮੂਵਮੈਂਟ ਜਿਹੜੀ ਫਾਊਂਡੇਸ਼ਨ ਹੈ ਅੰਮ੍ਰਿਤਸਰ ਦੇ ਵਿੱਚ 1875 ਅੰਮ੍ਰਿਤਸਰ ਦੇ ਵਿੱਚ ਇਹ ਫਾਊਂਡ ਕੀਤੀ ਗਈ ਸਿੰਘ ਸਭਾ ਮੂਵਮੈਂਟ। ਨੈਕਸਟ ਆਪਣੇ ਕੋਲ ਆ ਜਾਂਦੇ ਨੇ ਥੀਓਸੋਫੀਕਲ ਮੂਵਮੈਂਟ। ਪੇਪਰ 'ਚ ਆਪਾਂ ਨੂੰ ਕਈ ਵਾਰ ਕੁਐਸਚਨ ਪੁੱਛਿਆ ਜਾਂਦਾ ਜਿਹੜੇ ਥੀਓਸੋਫੀਕਲ ਮੂਵਮੈਂਟ ਹੈ ਇਹਦਾ ਫਾਊਂਡਰ ਕੌਣ ਹੈ ਜਾਂ ਫਿਰ ਇਹਦਾ ਹੈੱਡਕੁਆਟਰ ਕਿੱਥੇ ਹੈ, ਕਿਉਂਕਿ ਇਹਦਾ ਜਿਹੜਾ ਹੈੱਡਕੁਆਟਰ ਹੈ ਉਹ ਆਊਟ ਆਫ ਇੰਡੀਆ ਸੀਗਾ, ਯਾਨੀ ਕਿ ਨਿਊਯਾਰਕ ਦੇ ਵਿੱਚ ਸੀਗਾ, US ਦੇ ਵਿੱਚ। ਥੀਓਸੋਫੀਕਲ ਮੂਵਮੈਂਟ ਐਸਟੈਬਲਿਸ਼ ਕੀਤੀ ਗਈ ਸੀਗੀ ਮੈਡਮ HP ਬਲਵਤਸਕਾਈ ਅਤੇ MS ਔਲਕਟ। ਇਹ ਦੋ ਜਣੇ ਸੀ ਜਿਨ੍ਹਾਂ ਨੇ ਫਾਊਂਡ ਕੀਤੀ ਸੀ ਥੀਓਸੋਫੀਕਲ ਮੂਵਮੈਂਟ। ਜਿਹੜੇ ਹੈੱਡਕੁਆਟਰ ਸੀਗੇ ਉਹ ਨਿਊਯਾਰਕ ਸੀਗੇ ਅਤੇ ਇਹਦੀ ਫਾਊਂਡੇਸ਼ਨ 1875 ਵਿੱਚ ਹੋਈ ਸੀਗੀ। ਫਿਰ ਉਸ ਤੋਂ ਬਾਅਦ ਇਹਨੂੰ 1875 ਤੋਂ ਬਾਅਦ ਇਹ ਮੂਵਮੈਂਟ ਫਾਊਂਡ ਹੋਈ ਸੀ। 1882 ਦੇ ਵਿੱਚ ਜਿਹੜੇ ਇਹਦੇ ਹੈੱਡਕੁਆਟਰ ਸੀਗੇ ਉਹ ਨਿਊਯਾਰਕ USA ਤੋਂ ਲੈ ਕੇ ਚੱਕ ਕੇ ਚੇਂਜ ਕਰਕੇ ਅਧਿਹਾਰ ਜਿਹੜਾ ਕਿ ਅੱਜ ਦਾ ਮਦਰਾਸ ਹੈ ਉਹ ਸ਼ਿਫਟ ਕਰ ਲਏ ਸੀ 1882 ਦੇ ਵਿੱਚ। ਫਿਰ ਆਪਣੇ ਕੋਲ ਨੈਕਸਟ ਇੱਕ ਆਇਰਿਸ਼ ਲੇਡੀ ਹੈ ਐਨੀ ਬੇਸੰਤ, ਜਿਹੜੀ ਇਹਨੇ ਫਾਊਂਡੇਸ਼ਨ ਕੀਤੀ ਸੀ, ਯਾਨੀ ਕਿ ਫਾਊਂਡੇਸ਼ਨ ਸਟੋਨ ਰੱਖਿਆ ਸੀਗਾ ਸੈਂਟਰਲ ਹਿੰਦੂ ਯੂਨੀਵਰਸਿਟੀ, ਜਿਹੜੀ ਬਾਅਦ 'ਚ ਜਾ ਕੇ 1916 ਦੇ ਵਿੱਚ ਬਣ ਜਾਂਦੀ ਹੈ BHU ਬਨਾਰਸ ਹਿੰਦੂ ਯੂਨੀਵਰਸਿਟੀ, ਜਿਹੜੀ ਕਿ ਬਾਅਦ ਵਿੱਚ ਬਣ ਜਾਂਦੀ ਹੈ ਐਨੀ ਬੇਸੰਤ ਦੇ ਐਫਰਟਸ ਦੇ ਨਾਲ। ਇਹ ਸੀ ਅੱਜ ਦਾ ਇੰਨਾ ਕੁ ਲੈਕਚਰ, ਕਿਉਂਕਿ ਇਸ ਲੈਕਚਰ ਦੇ ਵਿੱਚ ਕੁਛ ਵੀ ਸਮਝਣ ਵਾਲਾ ਨਹੀਂ ਸੀ, ਸਿਰਫ ਰੈਕਟੀਫਿਕੇਸ਼ਨ ਕਹਿ ਲਓ ਜਾਂ ਫਿਰ ਮੈਮੋਰਾਈਜ਼ ਕਰਨ ਵਾਲੇ ਪੁਆਇੰਟਸ ਸੀਗੇ, ਕਿਉਂਕਿ ਹੀ ਬਿਲਕੁਲ ਡਾਇਰੈਕਟ ਐਵੇਂ ਜਿਹੜੇ ਕੁਐਸਚਨਸ ਨੇ ਆਪਾਂ ਨੂੰ MCQ ਦੇ ਵਿੱਚ ਪੇਪਰ 'ਚ ਦਿਖਦੇ ਨੇ ਉੱਥੇ ਸਿਰਫ ਇੰਨਾ ਕੁ ਹੀ ਪੁੱਛਿਆ ਜਾਂਦਾ ਆਪਾਂ ਨੂੰ ਐਗਜ਼ਾਮ ਦੇ ਵਿੱਚ। ਅਤੇ ਜਿਹੜਾ ਅੱਜ ਦਾ ਆਪਣਾ PDF ਦਾ ਲਿੰਕ ਹੈ ਉਹ ਡਿਸਕ੍ਰਿਪਸ਼ਨ ਦੇ ਵਿੱਚ ਹੈ, ਤੁਸੀਂ ਡਾਊਨਲੋਡ ਕਰ ਸਕਦੇ ਹੋ। ਅਤੇ ਜਿਨ੍ਹਾਂ ਨੇ ਜਿਹੜੇ ਫਸਟ 2 ਲੈਕਚਰਸ ਨਹੀਂ ਦੇਖੇ ਉਹ ਵੀ ਦੇਖ ਲੈਣ। ਇਸ ਤੋਂ ਇਲਾਵਾ ਜਿਹੜੀ ਆਪਣੀ ਸੈਕਿੰਡ ਪਲੇਲਿਸਟ ਹੈ ਉਹਦੇ ਵਿੱਚ ਆਪਾਂ ਸਿਰਫ MCQ ਡਿਸਕਸ ਕਰ ਰਹੇ ਹਾਂ, ਅਤੇ ਉਹਦੇ ਵਿੱਚ ਹੁਣ ਤੱਕ 3 ਲੈਕਚਰਸ ਉਹ 'ਚ ਵੀ ਲੱਗ ਚੁੱਕੇ ਨੇ। ਉਹ 'ਚ ਆਪਾਂ ਪੰਜਾਬ GK ਅਤੇ ਪਲੱਸ ਮਾਡਰਨ ਹਿਸਟਰੀ ਦੇ ਪ੍ਰੀਵੀਅਸ ਈਅਰਸ ਦੇ ਜਿੰਨੇ ਵੀ ਪੰਜਾਬ ਦੇ ਵਿੱਚ ਐਗਜ਼ਾਮ ਹੋ ਕੇ ਹਟੇ ਨੇ ਉਹਨਾਂ ਸਾਰਿਆਂ ਦੇ ਕੁਐਸਚਨਸ ਦੀ ਕੰਪਾਈਲੇਸ਼ਨ ਹੈ, ਅਤੇ ਆਨਸਰ ਕੀ ਬਿਲਕੁਲ ਕਰੈਕਟ ਹੈ ਉਹਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਫਾਲਟ ਨਹੀਂ। ਕਈ ਵਾਰ ਆਏ ਹੁੰਦਾ ਪੇਪਰ 'ਚ ਜਿਹੜੇ ਕੁਐਸਚਨਸ ਨੇ ਉਹ ਐਜ਼ ਇਟ ਇਜ਼ ਰਿਪੀਟ ਹੋ ਜਾਂਦੇ ਨੇ। ਜੇ ਤੁਸੀਂ PSSSB ਵੀ ਜੇ ਤੁਸੀਂ ਦੇਖੇ ਹੋ ਪੇਪਰ ਕਈ ਵਾਰ ਦਿੱਤੇ ਹੋਣਗੇ ਤਾਂ ਦੇਖਦੇ ਹੋ ਬਹੁਤ ਸਾਰੇ ਕੁਐਸਚਨ ਨੇ ਉਹ ਰਿਪੀਟ ਹੁੰਦੇ ਨੇ, ਅਤੇ ਆਪਾਂ ਇਸ ਕਰਕੇ ਜਿਹੜੇ ਕੁਐਸਚਨ ਦੀ ਰੈਪੀਟੇਸ਼ਨ ਹੈ ਉਹ ਵੀ ਇੱਕ ਵਾਰ ਜ਼ਰੂਰ ਰਿਵਾਈਜ਼ ਕਰਨੀ ਹੈ। ਆਪਾਂ ਨਵੇਂ ਤਾਂ ਕਰਨੇ ਹੀ ਨੇ,
ਕਿਉਂਕਿ ਹਰ ਵਾਰੀ ਰਿਪੀਟ ਨਹੀਂ ਹੁੰਦੇ, ਬਟ ਕੁਝ ਹੱਦ ਤੱਕ ਰਿਪੀਟ ਹੋ ਜਾਂਦੇ ਨੇ। ਜਿਹੜੇ ਰਿਪੀਟ ਹੁੰਦੇ ਨੇ ਆਪਣਾ ਉਹ 'ਚ ਵੀ ਨੰਬਰ ਵਧੀਆ ਆ ਜਾਣ, ਅਤੇ ਜੇ ਕੋਈ ਨਵਾਂ ਫਰੇਮ ਹੁੰਦਾ ਤਾਂ ਆਪਾਂ ਉਹ ਕਰ ਰਹੇ ਹਾਂ। ਆਪਾਂ ਨੂੰ ਵਸਟ ਤੋਂ ਵਸਟ ਰਹਿਣ ਦੇ ਲਈ ਤਿਆਰ ਰਹਿਣਾ ਚਾਹੀਦਾ ਹਮੇਸ਼ਾ। ਪੇਪਰ ਦੇ ਵਿੱਚ ਕੁਝ ਵੀ ਆ ਸਕਦਾ, ਅਤੇ ਆਪਾਂ ਜੋ ਕਰ ਰਹੇ ਹਾਂ ਇਸ ਦੀ ਜਿਹੜੀ ਕੁਆਲਿਟੀ ਆ ਔਨ ਰਿਕਾਰਡ ਕਹਿ ਰਹੇ ਹਾਂ, ਉਹਦੇ ਲਈ ਮੈਂ ਗਰੰਟਿਡ ਹਾਂ। ਕਿਉਂਕਿ ਆਪਾਂ ਤੁਸੀਂ ਇਸ ਤੋਂ ਬਾਅਦ ਜੇ ਤੁਸੀਂ ਹੋਰ ਵੀ ਕਿਸੇ ਦੀ ਟੈਸਟ ਸੀਰੀਜ਼ ਚੱਕ ਕੇ ਦੇਖੋਗੇ ਜਾਂ ਨੈੱਟ ਤੋਂ ਵੈਸੇ ਹੀ MCQ ਲਗਾਓਗੇ ਇਸ ਕੁਐਸਚਨ ਦੇ ਇਸ ਚੈਪਟਰ ਦੇ ਰਿਗਾਰਡਿੰਗ, ਤਾਂ ਤੁਹਾਨੂੰ ਉਹ ਸਾਰੇ ਆਉਂਦੇ ਹੋਣਗੇ। ਅਤੇ ਜੇ ਹੁਣ ਤੁਹਾਨੂੰ ਕੋਈ ਡਾਊਟ ਹੈਗਾ ਤਾਂ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਕਰਕੇ ਦੱਸਿਓ ਅਤੇ ਫੀਡਬੈਕ ਦਿਓ ਹੋਰ ਕੀ ਇੰਪਰੂਵਮੈਂਟ ਜਾਂ ਕਿੱਦਾਂ ਕੀਤੀ ਜਾ ਸਕਦੀ ਹੈ। ਥੈਂਕ ਯੂ।